ਆਨੰਦ ਸਾਹਿਬ। ਇਹ ਬਾਣੀ ਤੀਸਰੀ ਪਾਤਸ਼ਾਹੀ ਅਮਰਦਾਸ ਜੀ ਮਹਾਰਾਜ ਦੀ ਹੈ। ਇਹ ਆਨੰਦ ਸਾਹਿਬ ਦੀ ਬਾਣੀ ਹੈ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਬਾਣੀ ਅੰਤਰਮੁਖ ਆਨੰਦ ਦੇਣ ਵਾਲੀ ਹੈ, ਕਿਉਂਕਿ ਜੀਵ ਜਨਮਾਂ ਜਨਮਾਂ ਤੋਂ ਭਰਮਿਆ ਹੋਇਆ ਔਰ ਇਹ ਆਪਣੇ ਘਰ ਤੋਂ ਵਿਛੜ ਗਿਆ, ਆਪਣੇ ਅਸਲੀ ਸਰੂਪ ਤੋਂ ਵਿਛੜ ਗਿਆ, ਆਪਣੇ ਨਿੱਜ ਘਰ ਤੋਂ ਵਿਛੜ ਗਿਆ। ਵਿਛੜਨ ਕਰਕੇ ਇਹ ਦੁਬਾਰਾ ਹਰ ਵਕਤ ਇਹੀ ਚਾਹੁੰਦਾ ਹੈ ਕਿ ਮੈਂ ਕਦੋਂ ਇੱਥੋਂ ਵਾਪਸ ਆਪਣੇ ਨਿੱਜ ਘਰ ਚਲਾ ਜਾਵਾਂ, ਮੇਰਾ ਜਨਮ ਮਰਨ ਖਤਮ ਹੋ ਜਾਏ। ਤਾਂ ਉਸ ਦੇ ਜਨਮ ਮਰਨ ਮਿਟਾਉਣ ਵਾਸਤੇ, ਕਿਉਂ ਜਨਮ ਤੋਂ ਬਾਅਦ ਮੌਤ, ਮੌਤ ਤੋਂ ਬਾਅਦ ਫਿਰ ਜਨਮ, 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੇ, ਸੋ ਆਏ ਜਾਏ ਦੁੱਖ ਪਾਏਂਦਾ। ਜਿਹੜਾ ਇਨਸਾਨ ਜਨਮ ਦੇ ਵਿੱਚ ਆ ਕੇ ਜੇ ਪ੍ਰਮਾਤਮਾ ਦੀ ਪ੍ਰਾਪਤੀ ਨਾ ਹੋਈ ਤਾਂ ਸਾਹਿਬ ਕਹਿੰਦੇ ਨੇ, ਤਾਂ ਆਏ ਜਾਏ ਦੁੱਖ ਪਾਏਂਦਾ। ਉਹ ਜੰਮੇਗਾ ਮਰੇਗਾ, ਜੰਮੇਗਾ ਮਰੇਗਾ, ਨਰਕ 84 ਵਿੱਚ ਭਰਮੇਗਾ। ਇਸ ਕਰਕੇ ਜਦੋਂ ਵੀ ਸਾਨੂੰ ਇਨਸਾਨ ਜਨਮ ਮਿਲਦਾ ਹੈ, ਉਸ ਵੇਲੇ ਸਾਨੂੰ ਇਹ ਯਾਦ ਰਹੇ, ਕਿਉਂਕਿ ਮਾਤਾ ਗਰਭ ਦੇ ਅੰਦਰ ਆਪਾਂ ਇਹ ਵਾਅਦਾ ਕਰਕੇ ਆਏ ਹੈ ਕਿ ਸਾਨੂੰ ਇਨਸਾਨ ਜਨਮ ਦੇ ਅੰਦਰ ਭੇਜ, ਮੈਂ ਤੇਰੀ ਭਗਤੀ ਕਰਕੇ ਮੁਕਤੀ ਮੋਕਸ਼ ਪ੍ਰਾਪਤ ਕਰਕੇ ਆਪਣੇ ਨਿੱਜ ਸਰੂਪ ਦੇ ਵਿੱਚ ਤੈਨੂੰ ਨਹੀਂ ਭੁੱਲਾਂਗਾ, ਤੈਨੂੰ ਨਹੀਂ ਵਿਸਰਾਂਗਾ। ਕਿਉਂਕਿ ਜਿਹੜੇ ਜਿਗਿਆਸੂ ਨੇ, ਜਿਨ੍ਹਾਂ ਨੂੰ ਪ੍ਰਮਾਤਮਾ ਦੇ ਮਿਲਣ ਦਾ ਚਾਅ ਹੈ, ਉਹ ਮੜੀ ਮਸਾਣੀ, ਮੰਦਰ ਮਸੀਤੀ, ਗੁਰਦੁਆਰੇ, ਚਰਚ, ਸੰਤਾਂ ਮਹਾਤਮਾ ਮਹਾਂਪੁਰਸ਼ਾਂ ਕੋਲ ਤੜਪਦੇ ਰਹਿੰਦੇ ਨੇ ਇਸੇ ਖੋਜ ਦੇ ਅੰਦਰ ਵੀ ਸ਼ਾਇਦ ਸਾਨੂੰ ਕੋਈ ਮਹਾਂਪੁਰਸ਼ ਪਾਰ ਕਰ ਦੇਵੇ। ਕਿਉਂਕਿ ਯੁਗਾਂ ਜਗੰਤਰਾਂ ਤੋਂ ਆਪਾਂ ਘੁੰਮ ਰਹੇ ਹਾਂ, ਸਾਡਾ ਜਨਮ ਮਰਨ ਮੁੱਕ ਜਾਏ, ਸਾਡਾ ਜਨਮ ਮਰਨ ਖਤਮ ਹੋ ਜਾਏ। ਅਸੀਂ ਕਿਤਨੇ ਵਾਰੀ ਸੀਸ ਵੀ ਕਟਾਏ, ਕਿਤਨੇ ਵਾਰੀ ਆਪਾਂ ਕੁਰਬਾਨ ਹੋਏ, ਤੇ ਉਹਨਾਂ ਦੀ ਆਸਥਾ ਹੈ ਕਿ ਜਿਨ੍ਹਾਂ ਨੂੰ ਬਸ ਇੱਕੋ ਚਾਅ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੇ ਬਲਬਲ ਜਾਸਾ। ਜਿਸ ਨੂੰ ਉਸ ਪ੍ਰਭੂ ਨੂੰ ਮਿਲਣੇ ਦਾ ਚਾਅ ਹੈ। ਚੌ ਗਈ ਚਿੰਤਾ ਮਿਟੀ ਮਨਵਾ ਬੇਪਰਵਾਹ, ਜਿਸ ਕੋ ਕਛੂ ਨਾ ਚਾਹੀਏ। ਐਸੇ ਵੀ ਨੇ ਜਿਨ੍ਹਾਂ ਨੂੰ ਕੁਛ ਨਹੀਂ ਚਾਹੀਦਾ, ਬਸ ਇੱਕੋ ਆਸ਼ਾ ਹੈ ਕਿ ਇਹ ਮਾਲਕ, ਇਹ ਇਨਸਾਨ ਜਨਮ ਮਿਲਿਆ ਔਰ ਸਾਨੂੰ ਇਸ ਵਾਰੀ ਹੀ ਪਾਰ ਕਰ ਦੇ, ਬਹੁਰ ਨਾ ਭਵਜਲ ਫੇਰਾ, ਦੁਬਾਰੇ ਨਾ ਆਉਣਾ ਪਏ, ਦੁਬਾਰੇ ਜਨਮ ਨਾ ਆਉਣਾ ਪਏ, ਨਾ ਮ੍ਰਿਤਿੂ ਹੋਏ, ਐਸੇ ਸਥਾਨ 'ਤੇ ਲੈ ਜਾ। ਅਤੇ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਅਮਰਦਾਸ ਜੀ ਮਹਾਰਾਜ ਜੀ ਨੂੰ 70-72 ਸਾਲ ਦੀ ਉਮਰ ਦੇ ਅੰਦਰ, 60-62 ਸਾਲ ਦੀ ਉਮਰ ਤੋਂ ਬਾਅਦ ਜਦੋਂ ਬੁਢੇਪੇ ਵੱਲ ਜੀਵਨ ਚੱਲ ਰਿਹਾ ਸੀ, ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਮਿਲਣ ਹੋਇਆ ਅਤੇ ਉਹਨਾਂ ਨੇ ਉਸ ਨਾਮ ਨਾਲ ਜੋੜਤਾ, ਐਸੇ ਮਹਾਂਪੁਰਖ ਨਾਲ ਜੋੜਤਾ ਤੇ ਜਿਨ੍ਹਾਂ ਨੇ ਗਿਆਨ ਦਿਆ। ਅਤੇ ਇੱਕ ਹੋਰ ਬੇਨਤੀ ਹੈ ਕਿ ਜਿਹੜੇ ਸੰਤ ਆਏ ਨੇ, ਉਹਨਾਂ ਨੇ ਆਪਣੇ ਆਪ ਨੂੰ ਭਗਤ ਕਹਾਇਆ, ਦਾਸ ਕਹਾਇਆ। ਕਿਸੇ ਵੀ ਗੁਰੂ ਨੇ, ਗੁਰੂ ਨਾਨਕ ਜੀ ਮਹਾਰਾਜ ਨੇ ਕਦੇ ਨਹੀਂ ਕਿਹਾ ਕਿ ਮੈਂ ਗੁਰੂ ਹਾਂ, ਦਾਸ ਕਿਹਾ, ਦਾਸਾਂ ਦਾ ਦਾਸ ਕਿਹਾ। ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਅੰਦਰ ਦਾਸ ਕਿਹਾ, ਰਵਿਦਾਸ ਜੀ ਮਹਾਰਾਜ ਨੇ ਆਪਣੇ ਆਪ ਨੂੰ ਦਾਸ ਕਿਹਾ। ਕਿਸੇ ਨੇ ਵੀ ਗੁਰੂ ਬਣਨ ਦੀ ਕੋਸ਼ਿਸ਼ ਨਹੀਂ ਕਰੀ, ਕਿਉਂਕਿ ਬਾਣੀ ਖੁਦ ਹੀ ਕਹਿੰਦੀ ਹੈ, ਸਹਿਬ ਬਣ ਕੇ ਜੋ ਫਿਰੇ ਘਣੀ ਸਹੇਗਾ ਮਾਰ। ਜੋ ਸਹਿਬ ਬਣ ਕੇ ਫਿਰੇਗਾ ਉਹ ਘਣੀ ਮਾਰ ਸਹੇਗਾ, ਉਹਨੂੰ ਮਾਰ ਪਏਗੀ। ਕਿਉਂਕਿ ਦਾਸ ਬਣ ਕੇ ਜੋ ਰਹੇ ਸੋ ਹੈ ਭਵਨਿਧ ਪਾਰ। ਜੋ ਦਾਸ ਬਣ ਕੇ ਰਹੇ ਉਹ ਭਵਨਿਧ ਸੇ ਪਾਰ ਹੋ ਜਾਏਗਾ। ਸੋ ਆਪਾਂ ਨੇ ਛੋਟੇ ਬਣ ਕੇ, ਦਾਸ ਬਣ ਕੇ ਜ਼ਿੰਦਗੀ ਦੇ ਅੰਦਰ ਚੱਲਣਾ ਹੈ, ਔਰ ਸੱਚ ਦਾ ਖੁਲਾਸਾ ਕਰਦੇ ਹੋਏ
ਝੂਠ ਨੂੰ ਨਕਾਰਦੇ ਹੋਏ ਆਪਾਂ ਨੇ ਆਪਣੇ ਜੀਵਨ ਦੇ ਅੰਦਰ ਚੱਲਣਾ। ਸੱਚ 'ਤੇ ਚੱਲਣ ਵਾਸਤੇ ਜਿੰਨਾ ਮਰਜ਼ੀ ਦੁੱਖ ਆ ਜਾਏ, ਜਿੰਨੀ ਮਰਜ਼ੀ ਤਕਲੀਫ ਆ ਜਾਏ, ਕਿੰਨੀਆਂ ਵੀ ਔਖੀਆਂ ਮੰਜ਼ਿਲਾਂ ਦੇ ਵਿੱਚੋਂ ਲੰਘਣਾ ਪਏ, ਪਰ ਆਪਾਂ ਸੱਚ ਨਹੀਂ ਛੱਡਣਾ, ਕਿਉਂਕਿ ਸੱਚ ਹੀ ਪਰਮਾਤਮਾ ਹੈ। ਸੱਚਾ ਜੇ ਆਪਾਂ ਸੱਚੇ ਬਣ ਗਏ ਤਾਂ ਸੱਚਾ ਵਸੈ ਮਨ ਆਏ, ਸੱਚਾ ਵੀ ਸਾਡੇ ਮਨ ਵਸੇਗਾ। ਅਤੇ ਇੱਥੇ ਅਮਰਦਾਸ ਜੀ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਮਨ ਤੂੰ ਹਰ ਨਾਲ ਰਹਿ। ਹੁਣ ਹਰ ਜੇ ਆਪਾਂ ਬਾਹਰ ਖੋਦਦੇ ਹਾਂ ਤਾਂ ਬਾਰ-ਬਾਰ ਕਿੱਥੇ ਰਹੇਗਾ, ਕਿਉਂਕਿ ਹਰੀ ਸਾਡੇ ਅੰਦਰ ਹੀ ਵਸਦਾ ਹੈ। ਸਬਕਟ ਮੇਰਾ ਸਾਈਆਂ ਸੁੰਨੀ ਸੇਜ ਨਾ ਕੋਏ। ਕਹਿੰਦਾ ਸਾਰੇ ਘਟਾਂ ਦੇ ਅੰਦਰ ਉਹ ਵਸ ਰਿਹਾ, ਸੁੰਨੀ ਸੇਜ ਨਾ ਕੋਏ, ਸਾਰਿਆਂ ਦੇ ਅੰਦਰ ਹੈ ਉਹ। ਪਰ ਬਲਿਹਾਰ ਤਿਸ ਘਟ ਕੋ ਜਾ ਘਟ ਪ੍ਰਗਟ ਹੋਏ, ਜਿਨ੍ਹਾਂ ਨੇ ਪ੍ਰਗਟ ਕਰ ਲਿਆ। ਹੁਣ ਪ੍ਰਗਟ ਕਰਨ ਵਾਲੇ ਸਾਰੇ ਹੀ ਲਾਰੇ ਮਾਰਦੇ ਨੇ, ਮੇਰੇ ਅੰਦਰ ਪ੍ਰਗਟ ਹੈ, ਮੇਰੇ ਅੰਦਰ ਪ੍ਰਗਟ ਹੈ। पर जिस के अंदर प्रगट हो जाएगा उसकी महिमा अपरंपार हो जाएगी, क्योंकि इत्थे दुनिया के अंदर झूठ बोलने वाले बहुत ज़्यादा ने। कंगाल भी कहता भी मैं करोड़पति हाँ, पर ऐसा नहीं। हर नाल रहो तू मन मेरे दुख सब विसारना। कहता हरि नाल रह मन मेरे, तेरे सारे दुख खत्म हो जाएंगे, तेरे नाश हो जाएंगे। ਇਹ ਜਿਹੜੀ ਆਪਾਂ ਬਾਣੀ ਪੜ੍ਹ ਰਹੇ ਹਾਂ, ਇਹ ਆਪਾਂ ਇਹਨੂੰ ਬਾਹਰਮੁਖੀ ਨਹੀਂ ਲੈਣਾ। ਜਿਹੜਾ ਸਾਡਾ ਅੰਤਰਮੁਖ ਹੈ, ਇੱਕ ਸਰੀਰ ਸਾਡਾ ਇਹ ਬਾਹਰ ਹੈ, ਇੱਕ ਸਾਡਾ ਅੰਤਰਮੁਖ ਹੈ। ਕਿਉਂਕਿ ਦੋਏ ਕੁਦਰਤ ਸਾਜਕੈ ਆਸਣ ਡਿੱਠੋ ਚਾਓ। ਦੋਏ ਕੁਦਰਤਾਂ ਬਣਾਈਆਂ ਹੋਈਆਂ ਨੇ, ਇੱਕ ਅਸਥਾਈ ਇੱਕ ਸਥਾਈ। ਆਪਾਂ ਸਥਾਈ ਵੱਲ ਚੱਲਣਾ ਹੈ। ਅਸਥਾਈ ਤਾਂ ਇਹ ਨਾਸਵੰਤ ਹੈ। ਅਸਥਾਈ ਦੇ ਵਿੱਚ ਆਪਾਂ ਇਹ ਕਰਨਾ ਹੈ ਕਿ ਸਥਾਈ ਵਿੱਚ ਜੁੜ ਕੇ ਇਹ ਬਾਣੀ ਜਿਹੜੀ ਬੋਲੀ ਗਈ ਹੈ, ਸਥਾਈ ਸਰੀਰ ਦੀ ਬੋਲੀ ਗਈ ਹੈ, ਉੱਥੇ ਆਪਾਂ ਜੁੜਨਾ ਹੈ। ਅਤੇ ਇਸੇ ਕਰਕੇ ਇਹ ਮਨ ਉਸ ਚੀਜ਼ ਨੂੰ ਯਾਦ ਕਰ ਰਿਹਾ ਜਿਹੜੀ ਸਥਾਈ ਲੋਕ ਬਾਰੇ ਨਹੀਂ। ਤੂੰ ਉਸकी ਗਿਲ ਜੁੜ ਜਾਏਗਾ, ਸਥਾਈ ਨਾਲ ਜੁੜ ਜਾਏਗਾ, ਤੇਰੇ ਸਾਰੇ ਦੁੱਖ ਨਾਸ ਹੋ ਜਾਣਗੇ, ਖਤਮ ਹੋ ਜਾਣਗੇ। ਅਤੇ ਅੱਗੇ ਸਾਹਿਬ ਕਹਿੰਦੇ ਨੇ, ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ। ਕਹਿੰਦਾ ਤੈਨੂੰ ਉਹ ਅੰਗੀਕਾਰ ਕਰ ਲੇਗਾ ਜਦ ਤੂੰ ਉਹਦੇ ਨਾਲ ਜੁੜੇਗਾ, ਤੂੰ ਸਦਾ ਉਹਦੇ ਨਾਲ ਰਹੇਗਾ, ਤੈਨੂੰ ਅੰਗੀਕਾਰ ਕਰ ਲੇਗਾ, ਭਾਵ ਤੈਨੂੰ ਸਵੀਕਾਰ ਕਰ ਲੇਗਾ। ਤੇਰੇ ਸਾਰੇ ਜਿਤਨੇ ਵੀ ਕਾਰਜ ਨੇ, ਜਿੱਦਾਂ ਕਿ ਹਰੀ ਮਿਲਣ ਦੀ ਇੱਛਾ ਹੈ, ਸਾਡੀ ਜਨਮ ਮਰਨ ਖਤਮ ਕਰਨ ਦੀ ਇੱਛਾ ਹੈ, ਉਹ ਸਾਰੀ ਖਤਮ ਕਰ ਦੇਗਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨਾ ਵਸਾਰੇ। ਹੁਣ ਸਾਹਿਬ ਕਹਿੰਦੇ ਨੇ ਵੀ ਉਹ ਪਰਮਾਤਮਾ ਜਿਹੜਾ ਹੈ, ਉਹ ਜਿਹੜਾ ਸਾਡੇ ਅੰਦਰ, ਜਿਹੜਾ ਸਾਡੇ ਸਰੀਰ ਨੂੰ ਚਲਾ ਰਿਹਾ ਹੈ, ਜਿਹੜਾ ਸਾਨੂੰ ਚਲਾ ਰਿਹਾ, ਸਾਡੇ ਸਰੀਰ ਨੂੰ ਚਲਾ ਰਿਹਾ, ਜਿਸ ਨੇ ਪ੍ਰਿਥਵੀਆਂ ਬਣਾਈਆਂ, ਪ੍ਰਿਥਵੀ ਬਣਾ ਕੇ ਉਹਨੇ ਇੱਕ ਜਗ੍ਹਾ ਸਟੇਬਲ ਕਰ ਦਿੱਤੀ कि नाम के तारे खंड ब्रह्मांड, नाम के तारे आकाश पताल, नाम के तारे पुरियां सब पवन। नाम कित्थे है? नौ निध अमृत प्रभु का नाम, देही में इसका विश्राम। नौ निध अमृत ਜਿਹੜਾ प्रभु का नाम, उसका इस देही के अंदर विश्राम है। शरीरों बाहर भालन कोई जाए, नाम ना लए बहुत बगार दुख पाए। जो शरीर तो बाहर कोई खोजेगा, ਕਹਿੰਦੇ ਉਹ ਬਗਾਰ ਦੁੱਖ ਪਾਏਗਾ। ਉਹ ਸਾਡੇ ਅੰਦਰ ਵਸਦਾ ਹੈ, ਉਹ ਕਿਤੇ ਬਾਹਰ ਨਹੀਂ। नवनिध अमृत प्रभु का नाम, प्रभु का जेड़ा नवनिध अमृत है, देही में इसका विश्राम, सुन समाधि अनहत तहनाद, कह न जाई अचरज विस्माद। कहता वो साढ़े पास ही है, साढ़े अंदर है, सिर्फ आपां ने खोजी होए तुरंत मिल जाऊँ, एक पाली की तलाश नहीं। जे तो आप खोजी बन जाएंगे वो तुरंत मिल जाएगा। आपां खोज केड़ी कर रहे हैं? कोई मंदिर च कर रहा, कोई मस्जिद कर रहा, कोई चर्च च कर रहा, कोई गुरुद्वारे च कर रहा, कोई शरीर तो बाहर कर रहा, कोई सत चक्रां च कर रहा, कोई शरीर तो बाहर कर रहा, कोई योगियां समाधि लगा रहा, कोई हठ योग कर रहा। अनेकां तरीक़िਆਂ ਨਾਲ ਆਪਾਂ ਉਹਨੂੰ ਖੋਜ ਰਹੇ ਹਾਂ। ਜਦੋਂ ਉਹ ਸਭਨਾ ਗਲਾ ਸਮਰੱਥ ਸੁਆਮੀ ਕਹਿੰਦਾ ਉਹਨੂੰ ਕਿਉਂ ਮਨੋਂ ਵਿਸਾਰਿਆ? ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਕਹਿੰਦਾ ਉਹ ਤੇਰੇ ਨਾਲ ਹੈ, ਕਹਿੰਦੇ ਉਹ ਸਦਾ ਤੇਰੇ ਨਾਲ ਰਹਿੰਦਾ ਹੈ, ਤੂੰ ਉਸ ਦੇ ਨਾਲ ਰਹਿ, ਉਹ ਤੇਰੇ ਨਾਲ ਹੈ, ਤੂੰ ਕਿਉਂ ਬਾਹਰ ਖੋਦਦਾ? ਇਸ ਕਰਕੇ ਜਿੰਨੇ ਵੀ ਦੇਹਧਾਰੀ ਗੁਰੂ ਨੇ, ਇਹਨਾਂ ਨੂੰ ਖੁਦ ਨਾ ਗਿਆਨ ਹੋਣ ਕਰਕੇ, ਇਹਨਾਂ ਨੂੰ ਖੁਦ ਨਾ, ਇਹਨਾਂ ਦੇ ਅੰਦਰ ਖੁਦ ਨਾ ਪ੍ਰਗਟ ਹੋਣ ਕਰਕੇ ਇਹ ਜੀਵਾਂ ਨੂੰ ਭਰਮਾ ਰਹੇ ਨੇ। ਸਿਰਫ ਇਹ ਜੀਵਾਂ ਨੂੰ ਭਰਮਾ ਰਹੇ ਨੇ, ਸਿਰਫ ਕਿਸ ਕਰਕੇ? ਪੈਸਾ ਇਕੱਠਾ ਕਰਨ ਕਰਕੇ, ਮਾਇਆ ਇਕੱਠੀ ਕਰਨ ਕਰਕੇ,
ਆਪਣੀ ਸੋਬਤ ਇਕੱਠੀ ਕਰਨ ਕਰਕੇ। ਇਸ ਕਰਕੇ ਜੀਵ ਨੂੰ ਭਰਮਾਰੇ। ਤੇ ਸਾਹਿਬ ਤੋਂ ਕਹਿੰਦੇ ਨੇ ਵੀ ਉਹ ਤਾਂ ਤੇਰੇ ਨਾਲ ਹੈ, ਤੂੰ ਉਹਦੇ ਨਾਲ ਆ, ਉਹ ਤੇਰੇ ਨਾਲ ਆ। ਏਕ ਸੰਗਤ ਏਕ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਪਾਈ, ਅੰਤਰ ਅਲਖ ਨਾ ਜਾਏ ਲਖਿਆ, ਵਿੱਚ ਪੜਦਾ ਹੋਵੇਂ ਪਾਈ। ਉਹ ਤੇਰੇ ਨਾਲ ਆ, ਏਕ ਸੰਗਤ ਹੈ, ਏਕ ਗ੍ਰਹਿ, ਵਿੱਚੇ ਬਸਦੇ ਨੇ। ਪਰ ਮਿਲ ਬਾਤ ਨਾ ਕਰਤੇ ਭਾਈ, ਅੰਤਰ ਅਲਖ ਨਾ ਜਾਏ ਲਖਿਆ, ਵਿੱਚ ਪੜਦਾ ਹੋਵੇਂ ਪਾਈ। ਕਹਿੰਦਾ ਸਰ ਹੋਵੇਂ ਦਾ ਪੜਦਾ ਹੈ। ਆਪਾਂ ਵਿਛੜ ਕੇ ਸੰਸਾਰ ਵਿੱਚ ਆ ਗਏ। ਸਾਰੇ ਮਹਾਂਪੁਰਸ਼ਾਂ ਨੇ, ਸਾਰੇ ਸੰਤਾਂ ਨੇ, ਜਿਨ੍ਹਾਂ ਦੀਆਂ ਬਾਣੀਆਂ ਸਭ ਨੇ ਲਿਖਿਆ ਕਿ ਮਾਇਆ ਤਿਆਗ ਦਿਓ, ਮਾਇਆ ਤਿਆਗ ਦਿਓ ਤਾਂ ਪਰਮਾਤਮਾ ਮਿਲ ਜਾਏਗਾ। ਤੇ ਅਸੀਂ ਮਾਇਆ ਤਿਆਗ ਨਹੀਂ ਰਹੇ, ਅਸੀਂ ਮਾਇਆ ਲੁੱਟ ਰਹੇ ਹਾਂ। ਅਸੀਂ ਮਾਇਆ ਤਿਆਗ ਨਹੀਂ ਰਹੇ, ਅਸੀਂ ਮਾਇਆ ਨੂੰ ਲੁੱਟ ਰਹੇ ਹਾਂ। ਅਸੀਂ ਕਹਿੰਦੇ ਮਾਇਆ ਮੇਰੀ ਮੇਰੀ ਮੇਰੀ, ਜਦ ਕਿ ਜਿਹੜਾ ਭਗਤ ਪੁਰਸ਼ ਹੈ, ਜਗਿਆਸੂ ਪੁਰਸ਼ ਹੈ, ਉਹਨੂੰ ਕਹਿਣਾ ਚਾਹੀਦਾ ਸਭ ਕੁਛ ਤੇਰਾ, ਸਭ ਕੁਛ ਤੇਰਾ, ਸਭ ਕੁਛ ਤੇਰਾ। ਤੂੰ ਤੂੰ ਕਰਤਾ ਤੂੰ ਹੋਇਆ, ਮੁਝ ਮੇ ਰਹਿ ਨਾ ਹੂੰ। ਸਾਨੂੰ ਕਹਿਣਾ ਚਾਹੀਦਾ ਤੇਰਾ, ਪਰ ਇੱਥੇ ਮਾਇਆ ਦੀ ਹਵਸ ਹੈ। ਕਿਸੇ ਨੂੰ ਵੀ ਲੈ ਲਓ, ਛੋਟੇ ਤੋਂ ਲੈ ਕੇ ਵੱਡੇ ਨੂੰ ਲੈ ਲਓ, ਵੱਡੇ ਵੱਡੇ ਪ੍ਰਚਾਰ ਕਰਨ ਵਾਲੇ, ਪਰ ਸਭ ਨੂੰ ਮਾਇਆ ਨੇ ਠੱਗ ਲਿਆ। ਇਹ ਮਾਇਆ ਮੋਹਣੀ ਬਿਨ ਦੰਦਾਂ ਜਗ ਖਾਇਆ, ਇਸ ਨੇ ਬਿਨਾਂ ਦੰਦਾਂ ਤੇ ਜਗ ਖਾ ਲਿਆ। ਦੁਨੀਆ ਹਰ ਇੱਕ ਨੂੰ ਧੋਖਾ ਦੇ ਸਕਦੀ ਹੈ। ਭਗਤੀ ਦੇ ਨਾਮ ਤੋਂ ਸਭ ਤੋਂ ਬੜੇ ਧੋਖੇ ਹੋ ਰਹੇ ਨੇ, ਜੋ ਕਿ ਇੱਕ ਬਿਜ਼ਨਸ ਬਣ ਕੇ ਹੀ ਰਹਿ ਗਿਆ। ਤਾਂ ਸਾਹਿਬ ਕਹਿੰਦੇ ਨੇ ਪਰਮਾਤਮਾ ਕਿਤੇ ਬਾਹਰ ਨਹੀਂ, ਉਹ ਪਹਾੜਾਂ ਵਿੱਚ ਨਹੀਂ, ਉਹ ਗੁੰਮ ਹੋਇਆ ਬੱਚਾ ਨਹੀਂ, ਉਹ ਕੋਈ ਗਾਇ ਬਹਿਸ ਨਹੀਂ ਜੋ ਰੁਲ ਗਈ ਹੈ। ਕਿਉਂਕਿ ਪਰਮਾਤਮਾ ਸਾਰੇ ਬ੍ਰਹਮੰਡਾਂ ਨੂੰ ਚਲਾਉਣ ਵਾਲਾ ਹੈ। ਉਹ ਅਸੀਂ ਰੁਲੇ ਹੋਏ ਹਾਂ, ਪਰਮਾਤਮਾ ਨਹੀਂ ਰੁਲਿਆ। ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਨਾ ਮੰਦਰ ਨਾ ਮਸਜਿਦ ਨਾ ਕਾਂਸੀ ਕਲਾਸ ਮੇਂ, खोजी होए तुरंत मिल जाऊं एक पाली की तलाश में। तो इत्थे बड़े बड़े योगी समाधियां ला के चले गए, बड़े बड़े ऋषि मुनि सारी दी सारी उम्र गाल के चले गए, पर उन्होंने जिथे साडे जिथे रहिंदा है, जिस घट दे अंदर रहिंदा, उस घट दा किसी नूं ज्ञान नहीं होया। उस ते बगैर सब भरम भिरे लकाई भरम के फिरदी है, भरम दे फिरदे ने। कोई 9वें दवार च खोदता, कोई 10वें दवार च खोदता, कोई 11वें दवार च खोदता, कोई 15वें च खोदता, कोई 20वें च खोदता। तो उस तां साफ ही कहता गुरु साहब ने, कित्थे वसदा मैं। इसी बाणी च अमरदास महाराज कहते ने, गुफा अंदर रख के प्यारे वाजा पवन बजाया, 9 द्वारे प्रगट किए 10वां गुप्त रखाया। वो 10वां गुप्त है। कोई कहता सिर दे उत्ते 10वां है, कोई होर किते दसदा है। सब ने अपना अपना रट्टा लाया। इस करके भगत समाज जो भी परमात्मा के इच्छुक ने, परमात्मा सानू किते भी बाहर नहीं मिलेगा, या सानू शरीर छड्ड के आपां किते बाहर जावांगे, उपर उड़ रहे हैं आकाश से शरीर छड्ड के जाना है, नहीं। वो साडे शरीर दे अंदर बस रहा है। हर मंदिर यह शरीर है, ज्ञान रतन प्रगट होए, हर मंदिर हर की हाट है, ये हा दुकान है उसकी। काया नगर नगर है निक्को, विच सौदा हर रस लीजै। ये बड़ी सोहनी काया, निक्को मतलब सुंदर काया है। काया नगर है निक्को, ये नगर है, बड़ा सोहना महल है, इसके अंदर हरि आप बैठा है। जिस तरह जहाज चलाने वाला ड्राइवर जहाज के विच ही बैठ के चला रहा है, गड्डी बैठण वाला ड्राइवर गड्डी विच बैठ के चला रहा, इसी तरह परमात्मा साडे इस शरीर नूं साडे अंदर बैठ के ही चला रहा है, पर असी उसनूं बाहर खोज रहे हैं। इस करके दोस्तों सानू बहुत भरमाया गया। सानू किसी भी देहधारी गुरु की लोड़ नहीं, क्योंकि मनुष्य की टेक बिरथी सब जान। जितने भी मनुष्य हैं सबनों कहता, मनुष्य की टेक बिरथी सब जान, देवन कै एको भगवान। वो की नहीं कर सकता है, वो परमात्मा साडी खुद बैठ के साडे शरीर की रक्षा कर रहा है। जदों असी अग बलदी है तो आपां दूर भजदे हैं, अंदर कौन जाचदे रहा है, अंदर उही जाचदे रहा। जद पानी चढ़ जाता है, सप आ जाता है, बिजली करंट तो आपां डरदे हैं, कौन डराउंदा भी इत्थे करंट लगेगा, वो सानू अंदरों उही जाच सिखा रहा। बच्चे नूं कौन शिक्षा दिंदा, अंदरों कौन प्रगट होंदा है, वो साडे अंदर ही बैठा है। जिसका ग्रह तिन दिया ताला, जिसका ग्रह तिन दिया ताला, कुंजी गुर सो पाई, अंदर ही गुरु बैठा है। गुरु मेरे अंग सदा है, नाले मैं मूर्ख जाने दूरी रे।
ਸਾਨੂੰ ਸਾਡੇ ਵਰਗੇ ਮੂਰਖਾਂ ਨੂੰ ਭਰਮਾ ਦਿਆ ਇਹਨਾਂ ਨੇ ਕਿ ਗੁਰੂ ਬਾਹਰ ਮਿਲੇਗਾ, ਦੇਹ ਵਾਲਾ ਗੁਰੂ ਮਿਲੇਗਾ। ਦੋਸਤੋ, ਦੇਹ ਵਾਲਾ ਕੋਈ ਗੁਰੂ ਨਹੀਂ, ਉਹ ਸਾਡੇ ਵਰਗਾ ਹੀ ਹੈ। ਦੇਹ ਵਾਲਾ ਕੋਈ ਗੁਰੂ ਨਹੀਂ ਹੋ ਸਕਦਾ। ਸਾਡੇ ਅੰਦਰ ਹੀ ਗੁਰੂ ਬੈਠਾ ਹੈ, ਸਤਿਗੁਰੂ ਸਾਡੇ ਅੰਦਰ ਹੀ ਬੈਠਾ ਹੈ। ਤੇ ਸਾਡੇ ਗੁਰਾਂ ਨੇ ਉਪਦੇਸ਼ ਲਿਖਿਆ ਹੈ, ਇਹ ਗਿਆਨ ਉਪਦੇਸ਼ ਲਿਖਿਆ ਹੋਇਆ। ਤੇ ਆਪਾਂ ਆਪਣੇ ਅੰਦਰ ਖੋਜਣਾ, ਬਾਹਰ ਨਹੀਂ। ਇਸੀ ਕਰਕੇ ਕਿਹਾ, ਸਰੀਰੋਂ ਬਾਹਰ ਭਾਲਣ ਕੋਈ ਜਾਏ, ਨਾਮ ਨਾ ਲਏ ਬਹੁਤ ਬਗਾਰ ਦੁੱਖ ਪਾਏ। ਉਹ ਨੌ-ਨਿਧ ਅੰਮ੍ਰਿਤ ਜਿਹੜਾ ਨਾਮ ਹੈ, ਭੰਡਾਰ ਭਰੇ ਨੇ, ਉਹ ਇਤਨਾ ਅੰਮ੍ਰਿਤ ਰਸ ਹੈ, ਉਹ ਸਾਰੇ ਬ੍ਰਹਮੰਡਾਂ ਦਾ ਗਿਆਨ ਕਰਾਉਣ ਵਾਲਾ, ਉਹ ਸਾਡੇ ਅੰਦਰ ਹੀ ਹੈ, ਸਾਡੇ ਪਾਸ ਹੀ ਹੈ। ਸੋ ਆਓ ਆਪਾਂ ਉਸ ਦੀ ਖੋਜ ਕਰੀਏ। ਤੇ ਬਾਹਰ ਜਿਹੜੇ ਮਾਇਆਧਾਰੀ ਗੁਰੂ ਨੇ, ਇਹਨਾਂ ਨੂੰ ਛੱਡ ਕੇ ਆਪਾਂ ਆਪਣੇ ਅੰਦਰ ਖੋਜੀਏ, ਔਰ ਖੋਜ ਕੇ ਪਾਈਏ। ਜਿਉਂਦੇ ਜੀ ਹੀ ਆਪਾਂ ਆਪਣੇ ਪਰਮ ਪਦ ਨੂੰ ਪ੍ਰਾਪਤ ਕਰੀਏ, ਉਸ ਪਰਮੇਸ਼ਰ ਨੂੰ ਪ੍ਰਾਪਤ ਕਰੀਏ। ਨਿਜ ਦੇ ਅੰਦਰ ਨਿਜ ਘਰ ਵਾਸ ਕਰ ਲਈਏ। ਸਾਡਾ ਜਨਮ ਮਰਨ ਖਤਮ ਹੋ ਜਾਏਗਾ। ਬਾਹਰੋਂ ਸਾਡਾ ਜਨਮ ਮਰਨ ਖਤਮ ਨਹੀਂ ਹੋ ਸਕਦਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿਤਨੇ ਵੀ ਭਗਤ ਸਮਾਜ ਹੈ, ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਮਹਾਂਪੁਰਸ਼ ਸਾਨੂੰ ਇਹੀ ਹਦਾਇਤ ਦੇ ਕੇ ਗਏ ਨੇ। ਇੱਥੇ ਤਾਂ ਇਹ ਹੈ ਕਿ ਭਗਤੀ ਬਾਣੀਆਂ ਕੋਈ ਸੁਣਾਉਣੀਆਂ ਅਤੇ ਭਗਤੀ ਕੋਈ ਦੇਣੀ। ਬੜਾ ਦੁੱਖ ਹੈ, ਬੜਾ ਅਫਸੋਸ ਹੈ, ਸਾਨੂੰ ਕੁਰਾਹੇ ਪਾ ਰਹੇ ਨੇ ਇਹ ਨਕਲੀ ਸੰਤ, ਇਹ ਝੂਠੇ ਸੰਤ ਜਿਹੜੇ ਆਪਣੇ ਆਪ ਨੂੰ ਢੋਂਗੀ ਸੰਤ ਬਣੇ ਬੈਠੇ ਨੇ। ਇਹ ਸਾਨੂੰ ਕੁਰਾਹੇ ਪਾ ਰਹੇ ਨੇ। ਇਸ ਕਰਕੇ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ, ਕਿਉਂਕਿ ਸੰਤਾਂ ਨੇ ਪਹਿਲਾਂ ਹੀ ਲਿਖਿਆ, ਸਾਧੂ ਭੁੱਖਾ ਭੋਗਾ ਧਨ ਕਾ ਭੁੱਖਾ ਨਹੀਂ, ਜੋ ਧਨ ਕਾ ਭੁੱਖਾ ਫਿਰੇ ਵਾਹ ਤੋ ਸਾਧੂ ਨਹੀਂ। ਉਹ ਸਾਧੂ ਹੋ ਹੀ ਨਹੀਂ ਸਕਦਾ ਜਿਹੜਾ ਪੈਸੇ ਮੰਗਦਾ ਫਿਰੇ, ਇੰਨੇ ਪੈਸੇ ਦੇ ਦਿਓ ਮੇਰੀ, ਇੰਨੇ ਚੜ੍ਹਾ ਦਿਓ, ਇੰਨੇ ਪਾਠ ਕਰਾ ਲਓ, ਇੰਨੇ ਜਪ ਕਰਾ ਲਓ, ਇੰਨੇ ਤਪ ਕਰਾ ਲਓ। ਉਹ ਸਾਧੂ ਨਹੀਂ। ਸਾਧੂ ਕੇ ਬਾਰੇ ਕਿਹਾ ਗੁਰੂ ਨਾਨਕ ਦੇਵ ਜੀ ਨੇ, ਗੁਰ ਪੀਰ ਸਦਾਏ ਮੰਗਣ ਜਾਏ, ਤਾਕੇ ਮੂਲ ਨਾ ਲਾਗੋਂ ਪਾਏ। ਗੁਰੂ ਪੀਰ ਹੋ ਕੇ ਅਗਰ ਮੰਗਦਾ ਫਿਰਦਾ ਹੈ, ਕਹਿੰਦਾ ਉਸਕੇ ਪੈਰ ਬਿਲਕੁਲ ਨਾ ਲਗੋ, ਉਹਦੇ ਕੋਲ ਬਿਲਕੁਲ ਨਾ ਜਾਓ। ਅੱਗੇ ਕਹਿੰਦੇ ਨੇ, ਘਾਹ ਲਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜਿਹੜਾ ਆਪਣੀ ਮਿਹਨਤ ਕਰਕੇ ਆਏ ਗਏ ਦੀ ਸੇਵਾ ਵੀ ਕਰੇ ਔਰ ਆਪਣੀ ਵੀ ਪਰਵਿਸ਼ ਕਰੇ। ਕਹਿੰਦਾ ਉਸਕੇ ਪਾਸ ਜਾਓ, ਉਹ ਤੁਹਾਨੂੰ ਉਪਦੇਸ਼ ਦੇਗਾ। ਔਰ ਜੋ ਗੁਰੂ ਬਣ ਕੇ ਫਿਰੇ ਘਣੀ ਸਹੇਗਾ ਮਾਰ। ਉਹ ਤਾਂ ਦਾਸ ਬਣ ਕੇ ਕਹੇਗਾ ਵੀ ਤੇਰੇ ਕੋਲ ਹੀ ਹੈ, ਮੇਰੇ ਕੋਲ ਤੈਨੂੰ ਆਉਣ ਦੀ ਲੋੜ ਨਹੀਂ। ਇਸੇ ਕਰਕੇ ਗੁਰੂ ਨਾਨਕ ਜੀ ਇੱਕ ਵਾਰੀ ਜਿੱਥੇ ਗਏ ਦੁਬਾਰੇ ਨਹੀਂ ਗਏ, ਕਿ ਉਹਨੂੰ ਕਹਿਤਾ ਵੀ ਤੇਰੇ ਕੋਲ ਹੀ ਹੈ, ਤੇਰੀ ਵਸਤੂ ਤੇਰੇ ਕੋਲ ਹੀ ਹੈ, ਆਪਾਂ ਬਾਹਰ ਨਹੀਂ ਖੋਜਣੀ। ਸੋ ਦੋਸਤੋ ਮਿੱਤਰੋ, ਸਾਡੇ ਵਾਸਤੇ ਮੇਰੀ ਇਹੀ ਬੇਨਤੀ ਹੈ ਕਿ ਸਾਨੂੰ ਬਾਹਰ ਖੋਜਣ ਦੀ ਲੋੜ ਨਹੀਂ, ਨਾ ਕੋਈ ਦੇਹੀ ਵਾਲਾ ਗੁਰੂ ਧਾਰਨ ਕਰਨ ਦੀ ਲੋੜ ਹੈ। ਸਾਡਾ ਪਰਮਾਤਮਾ ਸਾਡੇ ਪਾਸ ਹੀ ਹੈ। ਅੰਦਰ ਆਪਾਂ ਖੋਜੀ ਹੋਏ ਤੁਰੰਤ ਮਿਲ ਜਾਊ, ਇੱਕ ਪਾਲੀ ਕੀ ਤਲਾਸ਼ ਨੇ। ਸੋ ਇਹ ਬਾਣੀਆਂ ਸਤ ਨੇ, ਇਹ ਸਾਰੀਆਂ ਪਵਿੱਤਰ ਬਾਣੀਆਂ ਨੇ। ਅਗਲੀ ਆਡੀਓ 'ਚ ਆਪਾਂ ਮੂਲ ਗਿਆਨ ਬਾਰੇ ਦੱਸਾਂਗੇ, ਮੂਲ ਗਿਆਨ ਕੀ ਹੈ।